ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਮੇਰੀ ਪਤਨੀ ਡਾਕਟਰ ਸੀ ਤੇ ਹਰ ਰਾਤ ਉਸ ਦੀ ਡਿਊਟੀ ਹੁੰਦੀ ਸੀ। ਅਚਾਨਕ ਮੇਰੀ ਪਤਨੀ ਕੋਲ ਬਹੁਤ ਪੈਸੇ ਆ ਗਏ। ਇੱਕ ਦਿਨ ਮੈਂ ਆਪਣੀ ਪਤਨੀ ਦਾ ਰਾਜ ਜਾਣਨ ਲਈ ਉਸ ਦੇ ਹਸਪਤਾਲ ਗਿਆ। ਹਸਪਤਾਲ ਵਿੱਚ ਬਹੁਤ ਸਾਰੇ ਛੋਟੇ ਬੱਚੇ ਸਨ ਤੇ ਜਦੋਂ ਮੈਂ ਆਪਣੀ ਪਤਨੀ ਦੇ ਕਮਰੇ ਵਿੱਚ ਗਿਆ ਤਾਂ ਮੇਰੇ ਤੇ ਕਿਆਮਤ ਡਿੱਗ ਪਈ ਸੀ, ਕਿਉਂਕਿ ਮੇਰੀ ਪਤਨੀ 4 ਡਾਕਟਰਾਂ ਨਾਲ ਰਾਤ ਨੂੰ ਜੋ ਕੁਝ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਨੂੰ ਆਪਣੇ ਨਾਲੋਂ ਵੱਧ ਵਿਸ਼ਵਾਸ ਆਪਣੀ ਪਤਨੀ ਤੇ ਸੀ, ਜਿਸ ਦੇ ਪਿਆਰ ਤੇ ਮੈਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਸੀ। ਉਸਨੇ ਹੀ ਮੇਰੇ ਭਰੋਸੇ ਤੇ ਇਸ ਤਰ੍ਹਾਂ ਹਮਲਾ ਕੀਤਾ ਕਿ ਸਭ ਕੁਝ ਖਤਮ ਹੋ ਗਿਆ। ਮੇਰੀ ਪਤਨੀ ਮਰੀਜ਼ਾਂ ਦਾ ਇਲਾਜ ਕਰਨ ਦੇ ਬਹਾਨੇ ਰਾਤ ਹਸਪਤਾਲ ਰਹਿੰਦੀ ਸੀ, ਪਰ ਮੈਨੂੰ ਕਦੇ ਪਤਾ ਨਹੀਂ ਲੱਗਾ ਕਿ ਉਹ ਰਾਤਾਂ ਨੂੰ ਕੀ ਕਰਦੀ ਹੈ। ਮੈਂ ਸੋਚਦਾ ਸੀ ਕਿ ਉਹ ਆਪਣੇ ਕੰਮ ਲਈ ਸੁਚੇਤ ਹੈ, ਪਰ ਬਹੁਤ ਜ਼ਿਆਦਾ ਪਿਆਰ ਵੀ ਇਨਸਾਨ ਨੂੰ ਤਬਾਹ ਕਰ ਦਿੰਦਾ ਹੈ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਮੈਂ ਉਸ ਤੇ ਅੰਨਾ ਵਿਸ਼ਵਾਸ ਕੀਤਾ ਤੇ ਮੈਨੂੰ ਉਸ ਤੇ ਮਾਣ ਸੀ। ਮੈਂ ਸੋਚਦਾ ਸੀ ਕਿ ਉਹ ਮੇਰੇ ਨਾਲ ਕਦੇ ਧੋਖਾ ਨਹੀਂ ਕਰੇਗੀ, ਪਰ ਮੇਰੀ ਪਤਨੀ ਨੇ ਮੈਨੂੰ ਕਿਸੇ ਨੂੰ ਮੂੰਹ ਦਿਖਾਉਣ ਦੇ ਯੋਗ ਨਹੀਂ ਛੱਡਿਆ। 4 ਆਦਮੀਆਂ ਨਾਲ ਰਾਤ ਨੂੰ ਉਹ ਜੋ ਕੁਝ ਕਰ ਰਹੀ ਸੀ, ਉਹ ਸ਼ਾਇਦ ਕਿਸੇ ਆਮ ਔਰਤ ਲਈ ਸੰਭਵ ਵੀ ਨਹੀਂ ਸੀ। ਪਰ ਮੇਰੀ ਪਤਨੀ ਬਹੁਤ ਬੇਸ਼ਰਮ ਸੀ ਤੇ ਅੱਧੀ ਰਾਤ ਨੂੰ ਹਸਪਤਾਲ ਦੇ ਬੰਦ ਕਮਰੇ ਵਿੱਚ ਇਕੱਲੀ ਜੋ ਕਰ ਰਹੀ ਸੀ, ਉਸ ਬਾਰੇ ਮੈਂ ਸੋਚ ਵੀ ਨਹੀਂ ਸਕਦਾ ਸੀ। ਇਹ ਸਭ ਕੁਝ ਦੇਖ ਕੇ ਮੇਰਾ ਆਪਣੇ ਪੈਰਾਂ ਤੇ ਖੜਾ ਹੋਣਾ ਮੁਸ਼ਕਿਲ ਹੋ ਗਿਆ ਸੀ। ਮੈਂ ਠੋਕਰ ਖਾਂਦੇ ਕਦਮਾਂ ਨਾਲ ਹਸਪਤਾਲ ਤੋਂ ਬਾਹਰ ਆ ਗਿਆ ਸੀ। ਮੇਰੇ ਅੰਦਰ ਆਪਣੀ ਬੇਸ਼ਰਮ ਪਤਨੀ ਨੂੰ ਜਾ ਕੇ ਦੱਸਣ ਦੀ ਹਿੰਮਤ ਨਹੀਂ ਪਈ ਕਿ ਮੈਂ ਉਸ ਦਾ ਗੰਦਾ ਰੂਪ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ। ਰਾਤ ਨੂੰ ਹਸਪਤਾਲ ਦੇ ਇੱਕ ਫੋਨ ਕਾਲ ਤੇ ਭੱਜਣਾ, ਮਰੀਜ਼ਾਂ ਦੇ ਨਾਂ ਤੇ ਬੇਚੈਨ ਹੋ ਜਾਣਾ ਤੇ ਕਰੋੜਾਂ ਰੁਪਏ ਕੁਝ ਮਹੀਨਿਆਂ ਵਿੱਚ ਇਕੱਠੇ ਹੋ ਜਾਣੇ, ਮੈਨੂੰ ਇੱਕ ਕਰਕੇ ਹਰ ਗੱਲ ਦਾ ਮਤਲਬ ਸਮਝ ਆ ਗਿਆ ਸੀ। ਮੈਂ ਹਸਪਤਾਲ ਦੇ ਬਾਹਰ ਬਣੇ ਫੁੱਟਪਾਥ ਤੇ ਬੈਠ ਗਿਆ ਤੇ ਮੇਰੇ ਨਾਲ ਬੀਤੇ ਸਮੇਂ ਦਾ ਹਰ ਪੰਨਾ ਯਾਦ ਕਰਨ ਲੱਗਾ। ਮੇਰੇ ਤੇ ਮਾਲਿਨੀ ਦੇ ਵਿਆਹ ਨੂੰ 3 ਸਾਲ ਹੋਣ ਵਾਲੇ ਸਨ। ਇਹਨਾਂ 3 ਸਾਲਾਂ ਵਿੱਚ ਸਾਡੇ ਕੋਈ ਬੱਚਾ ਨਹੀਂ ਹੋਇਆ, ਪਰ ਇਸ ਗੱਲ ਦਾ ਮੈਨੂੰ ਕੋਈ ਦੁੱਖ ਨਹੀਂ ਸੀ। ਮੇਰਾ ਮੰਨਣਾ ਸੀ ਕਿ ਇਹ ਸਭ ਪਰਮਾਤਮਾ ਦੀ ਦੇਣ ਹੁੰਦੀ ਹੈ। ਜਦੋਂ ਲਿਖਿਆ ਹੋਵੇਗਾ ਤਾਂ ਬੱਚਾ ਹੋ ਜਾਵੇਗਾ। ਮੈਂ ਆਪਣੀ ਪਤਨੀ ਮਾਲਿਨੀ ਨੂੰ ਬਹੁਤ ਪਿਆਰ ਕਰਦਾ ਸੀ। ਮੇਰੀ ਪਤਨੀ ਡਾਕਟਰ ਸੀ, ਮੈਨੂੰ ਉਸ ਉੱਤੇ ਬਹੁਤ ਮਾਣ ਸੀ। ਦਿਨ ਹੋਵੇ ਜਾਂ ਰਾਤ, ਮਾਲਿਨੀ ਆਪਣੀ ਡਿਊਟੀ ਤੋਂ ਕਦੇ ਵੀ ਪਿੱਛੇ ਨਹੀਂ ਹਟਦੀ ਸੀ। ਉਹ ਇੱਕ ਛੋਟੇ ਜਿਹੇ ਹਸਪਤਾਲ ਵਿੱਚ ਕੰਮ ਕਰਦੀ ਸੀ। ਜਦੋਂ ਵੀ ਉਸਨੂੰ ਹਸਪਤਾਲ ਤੋਂ ਫੋਨ ਆਉਂਦਾ ਤਾਂ ਸਭ ਕੁਝ ਛੱਡ ਕੇ ਆਪਣੀ ਡਿਊਟੀ ਨਿਭਾਉਣ ਲਈ ਹਸਪਤਾਲ ਚਲੀ ਜਾਂਦੀ। ਮੈਂ ਤੇ ਮਾਲਿਨੀ ਵੱਖਰੇ ਘਰ ਵਿੱਚ ਰਹਿੰਦੇ ਸੀ। ਮੇਰਾ ਸਾਰਾ ਪਰਿਵਾਰ ਇਕੱਠਾ ਸੀ, ਪਰ ਮੈਨੂੰ ਮਾਲਿਨੀ ਦੇ ਕਾਰਨ ਪਰਿਵਾਰ ਤੋਂ ਵੱਖ ਰਹਿਣ ਦਾ ਫੈਸਲਾ ਲੈਣਾ ਪਿਆ, ਕਿਉਂਕਿ ਵਿਆਹ ਤੋਂ ਬਾਅਦ ਉਸ ਦਾ ਡਾਕਟਰੀ ਦਾ ਆਖਰੀ ਸਾਲ ਸੀ ਤੇ ਉਸਨੂੰ ਰੋਜ਼ਾਨਾ ਮੈਡੀਕਲ ਕਾਲਜ ਜਾਣਾ ਪੈਂਦਾ ਸੀ, ਜਿਸ ਕਾਰਨ ਸਾਂਝੇ ਪਰਿਵਾਰ ਵਿੱਚ ਰਹਿਣਾ ਸੰਭਵ ਨਹੀਂ ਸੀ। ਮਾਲਿਨੀ ਦੇ ਪੇਸ਼ੇ ਨੂੰ ਦੇਖਦੇ ਹੋਏ ਮੈਂ ਵੱਖਰੇ ਘਰ ਦਾ ਇੰਤਜ਼ਾਮ ਕਰ ਲਿਆ ਸੀ ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰ ਸਕੇ। ਮੈਂ ਖੁਦ ਟਿਊਸ਼ਨ ਟੀਚਰ ਸੀ ਤੇ ਆਪਣਾ ਖੁਦ ਦਾ ਕੋਚਿੰਗ ਸੈਂਟਰ ਖੋਲ੍ਹ ਕੇ ਚਲਾਉਂਦਾ ਸੀ। ਮੇਰਾ ਕੰਮ ਬਹੁਤ ਵਧੀਆ ਸੀ ਤੇ ਸਾਡੇ ਘਰ ਦੇ ਹਾਲਾਤ ਵੀ ਬਹੁਤ ਚੰਗੇ ਸਨ। ਪਰ ਜਦੋਂ ਮਾਲਿਨੀ ਹਸਪਤਾਲ ਜਾਣ ਲੱਗੀ ਤਾਂ ਸਭ ਕੁਝ ਬਦਲ ਗਿਆ। ਹਸਪਤਾਲ ਵਾਲੇ ਮਾਲਿਨੀ ਨੂੰ ਬਹੁਤ ਵਧੀਆ ਪੈਸੇ ਦੇ ਰਹੇ ਸਨ ਤੇ ਇਹ ਸਭ ਉਸ ਦੀ ਮਿਹਨਤ ਸਦਕਾ ਹੋਇਆ ਸੀ। ਉਹ ਆਪਣੇ ਸਾਰੇ ਸ਼ੌਂਕ ਆਪਣੇ ਪੈਸਿਆਂ ਨਾਲ ਪੂਰੇ ਕਰਦੀ ਸੀ। ਮੈਂ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਮਾਈ ਤਾਂ ਕਰ ਲੈਂਦਾ ਸੀ, ਪਰ ਉਹ ਆਪਣੇ ਪੈਸੇ ਨਾਲ ਸਭ ਕੁਝ ਕਰਨਾ ਚਾਹੁੰਦੀ ਸੀ। ਮੈਂ ਉਸ ਦਾ ਪਤੀ ਸੀ, ਪਰ ਫਿਰ ਵੀ ਉਸਨੂੰ ਮੇਰੀ ਸਪੋਰਟ ਦੀ ਲੋੜ ਨਹੀਂ ਸੀ। ਉਸ ਦੀ ਇਹੀ ਖੂਬੀ ਲੋਕਾਂ ਨੂੰ ਪਸੰਦ ਸੀ। ਮੇਰੇ ਦੋਸਤ ਵੀ ਮਾਲਿਨੀ ਦੀ ਤਾਰੀਫ ਕਰਦੇ ਨਹੀਂ ਥੱਕਦੇ ਸਨ। ਉਹ ਕਹਿੰਦੇ ਸਨ ਕਿ ਯਾਰ, ਤੇਰੀ ਕਿਸਮਤ ਸੱਚਮੁੱਚ ਬਹੁਤ ਚੰਗੀ ਹੈ। ਅਸੀਂ ਤਾਂ ਆਪਣੀਆਂ ਪਤਨੀਆਂ ਦੀਆਂ ਮੰਗਾਂ ਤੋਂ ਤੰਗ ਹੋ ਚੁੱਕੇ ਹਾਂ, ਪਰ ਤੁਹਾਨੂੰ ਅਜਿਹੀ ਕੋਈ ਸਮੱਸਿਆ ਨਹੀਂ ਹੈ। ਤੇ ਉਹਨਾਂ ਦੀ ਇਹ ਗੱਲ ਬਿਲਕੁਲ ਸਹੀ ਸੀ। ਮਾਲਿਨੀ ਨੇ ਅੱਜ ਤੱਕ ਮੇਰੇ ਤੋਂ ਕੋਈ ਮੰਗ ਨਹੀਂ ਕੀਤੀ ਸੀ, ਪਰ ਕੁਝ ਦਿਨਾਂ ਬਾਅਦ ਸਾਡੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਕਿ ਸਭ ਕੁਝ ਬਦਲ ਗਿਆ ਤੇ ਮੈਨੂੰ ਪਤਾ ਲੱਗਾ ਕਿ ਇਨਸਾਨ ਜਿਵੇਂ ਦਾ ਦਿਸਦਾ ਹੈ, ਜ਼ਰੂਰੀ ਨਹੀਂ ਕਿ ਅਸਲ ਜ਼ਿੰਦਗੀ ਵਿੱਚ ਉਹੋ ਜਿਹਾ ਹੀ ਹੋਵੇ। ਮੈਨੂੰ ਵੀ ਅਜਿਹੀ ਭਿਆਨਕ ਹਕੀਕਤ ਦਾ ਪਤਾ ਉਦੋਂ ਲੱਗਾ ਜਦੋਂ ਮੇਰੀ ਛੋਟੀ ਭੈਣ ਦਾ ਵਿਆਹ ਤੈਅ ਹੋਇਆ। ਜਦੋਂ ਮੇਰੀ ਭੈਣ ਦੇ ਵਿਆਹ ਵਿੱਚ 1 ਹਫ਼ਤਾ ਬਾਕੀ ਸੀ ਤੇ ਹੌਲੀ-ਹੌਲੀ ਜਦੋਂ ਸਾਰੀਆਂ ਰਸਮਾਂ
ਪੂਰੀਆਂ ਹੋ ਰਹੀਆਂ ਸਨ। ਮੇਰੀ ਇਕਲੌਤੀ ਭੈਣ ਦੇ ਵਿਆਹ ਵਿੱਚ ਮਾਲਿਨੀ ਆਪਣੇ ਕੰਮਕਾਰ ਵਿੱਚ ਇੰਨੀ ਰੁੱਝੀ ਹੋਈ ਸੀ ਕਿ ਉਹ ਇੱਕ ਦਿਨ ਵੀ ਛੁੱਟੀ ਨਹੀਂ ਲੈ ਰਹੀ ਸੀ। ਪਿਛਲੇ ਕਈ ਮਹੀਨਿਆਂ ਤੋਂ ਉਸਦੀ ਰਾਤ ਦੀ ਡਿਊਟੀ ਸੀ। ਕਈ ਵਾਰ ਐਮਰਜੈਂਸੀ ਦੀ ਸੂਰਤ ਵਿੱਚ ਉਹ ਦਿਨੇ ਵੀ ਹਸਪਤਾਲ ਦੇ ਗੇੜੇ ਮਾਰਦੀ ਸੀ। ਮੇਰੀ ਮਾਂ ਨੂੰ ਇਹ ਸ਼ਿਕਾਇਤ ਹੋਣ ਲੱਗੀ ਕਿ ਉਹ ਘਰ ਦੀ ਛੋਟੀ ਨੂੰਹ ਹੈ ਤੇ ਮੇਰੀ ਧੀ ਦੇ ਕਿਸੇ ਵੀ ਫੰਕਸ਼ਨ ਤੇ ਰਸਮ ਵਿੱਚ ਸ਼ਾਮਲ ਨਹੀਂ ਹੁੰਦੀ। ਮੈਂ ਮਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਸ ਦਾ ਕੰਮ ਅਜਿਹਾ ਹੀ ਹੈ। ਜੇਕਰ ਉਹ ਹਸਪਤਾਲ ਨਹੀਂ ਜਾਂਦੀ ਤਾਂ ਕਿਸੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਮੇਰੀ ਗੱਲ ਸੁਣ ਕੇ ਮਾਂ ਨੇ ਗੁੱਸੇ ਵਿੱਚ ਕਿਹਾ, ਤੇਰੀ ਪਤਨੀ ਹਸਪਤਾਲ ਵਿੱਚ ਇਕੱਲੀ ਡਾਕਟਰ ਨਹੀਂ ਹੈ, ਉੱਥੇ ਬਹੁਤ ਸਾਰੇ ਡਾਕਟਰ ਹੋਣਗੇ। ਉਸ ਨੂੰ ਹਸਪਤਾਲ ਤੋਂ ਛੁੱਟੀ ਲੈ ਕੇ ਆਪਣੀ ਨਨਾਣ ਦੇ ਵਿਆਹ ਦੇ ਹਰ ਸਮਾਗਮ ਵਿੱਚ ਹਾਜ਼ਰੀ ਭਰ ਕੇ ਨੂੰਹ ਦਾ ਫਰਜ਼ ਨਿਭਾਉਣਾ ਚਾਹੀਦਾ ਹੈ। ਸਾਰੇ ਰਿਸ਼ਤੇਦਾਰ ਗੱਲਾਂ ਕਰਦੇ ਨੇ ਕਿ ਇਹਨਾਂ ਦੀ ਛੋਟੀ ਨੂੰਹ ਨੂੰ ਸਹੁਰਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹੁਣ ਮੈਂ ਮਾਂ ਨੂੰ ਆਖਿਰ ਕੀ ਸਮਝਾਉਂਦਾ। ਮੈਂ ਮਾਲੀ ਨੂੰ ਕੁਝ ਕਹਿ ਸਕਦਾ ਸੀ ਤੇ ਨਾ ਹੀ ਮਾਂ ਨੂੰ, ਕਿਉਂਕਿ ਮੈਂ ਆਪਣੀ ਪਸੰਦ ਦੀ ਮਾਲਿਨੀ ਨਾਲ ਵਿਆਹ ਕੀਤਾ ਸੀ ਤੇ ਵਿਆਹ ਤੋਂ ਪਹਿਲਾਂ ਹੀ ਮਾਲਿਨੀ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਭਾਵੇਂ ਕੁਝ ਵੀ ਹੋ ਜਾਵੇ ਮੈਂ ਆਪਣਾ ਕੰਮ ਨਹੀਂ ਛੱਡ ਸਕਦੀ ਤੇ ਮੈਂ ਵੀ ਉਸਦੀ ਸ਼ਰਤ ਨੂੰ ਜਜ਼ਬਾਤੀ ਹੋ ਕੇ ਸਵੀਕਾਰ ਕਰ ਲਿਆ ਸੀ। ਪਰ ਹੁਣ ਮੇਰੇ ਲਈ ਉਸਦੀ ਇਸ ਸ਼ਰਤ ਨੂੰ ਪੂਰਾ ਕਰਨਾ ਮੁਸ਼ਕਲ ਹੋ ਗਿਆ ਸੀ, ਕਿਉਂਕਿ ਮਾਂ ਦਾ ਦਬਾਅ ਬਹੁਤ ਵੱਧ ਗਿਆ ਸੀ। ਮਾਂ ਚਾਹੁੰਦੀ ਸੀ ਕਿ ਮਾਲਿਨੀ ਮੇਰੀ ਭੈਣ ਦੇ ਵਿਆਹ ਵਿੱਚ ਆਵੇ। ਮੈਂ ਲੋਕਾਂ ਦੇ ਤਾਨੇ ਸੁਣਨ ਲਈ ਮਜਬੂਰ ਹੋ ਰਿਹਾ ਸੀ। ਹਰ ਕੋਈ ਇਹ ਮਹਿਸੂਸ ਕਰ ਰਿਹਾ ਸੀ ਕਿ ਸ਼ਾਇਦ ਮਾਲਿਨੀ ਤੇ ਮੇਰੀ ਮਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ। ਇਸੇ ਕਰਕੇ ਉਹ ਵਿਆਹ ਦੇ ਕਿਸੇ ਸਮਾਗਮ ਵਿੱਚ ਸ਼ਾਮਲ ਨਹੀਂ ਹੋਈ। ਹੁਣ ਵਿਆਹ ਵਿੱਚ ਸਿਰਫ 2 ਦਿਨ ਬਾਕੀ ਸਨ। ਇੱਕ ਦਿਨ ਮਾਲਿਨੀ ਹਸਪਤਾਲ ਤੋਂ ਜਦੋਂ ਵਾਪਸ ਆਈ ਤਾਂ ਮੈਂ ਉਸਨੂੰ ਪਿਆਰ ਨਾਲ ਸਮਝਾਇਆ ਕਿ ਉਹ ਹਸਪਤਾਲ ਤੋਂ ਸਿਰਫ 2 ਦਿਨ ਦੀ ਛੁੱਟੀ ਲੈ ਲਵੇ ਤਾਂ ਜੋ ਮਾਂ ਦੀ ਸ਼ਿਕਾਇਤ ਵੀ ਦੂਰ ਹੋ ਜਾਵੇ। ਮੇਰੀ ਗੱਲ ਸੁਣ ਕੇ ਮਾਲਿਨੀ ਗੁੱਸੇ ਵਿੱਚ ਆ ਗਈ ਤੇ ਗੁੱਸੇ ਨਾਲ ਆਪਣਾ ਮੋਬਾਈਲ ਫੋਨ ਫਰਸ਼ ਤੇ ਮਾਰ ਦਿੱਤਾ ਤੇ ਕਿਹਾ, ਮੈਂ ਡਾਕਟਰ ਹਾਂ ਤੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਮੇਰੀ ਜ਼ਰੂਰਤ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਹਨਾਂ ਫਜ਼ੂਲ ਦੀਆਂ ਰਸਮਾਂ ਕਰਕੇ ਮਰੀਜ਼ਾਂ ਨੂੰ ਛੱਡ ਦਿਆਂ। ਮਾਲਿਨੀ ਦਾ ਅੰਦਾਜ਼ ਅਜਿਹਾ ਭਾਵੁਕ ਸੀ ਕਿ ਮੈਂ ਚੁੱਪ ਹੀ ਰਿਹਾ। ਉਹ ਇੱਕ ਗਰੀਬ ਪਰਿਵਾਰ ਤੋਂ ਸੀ ਤੇ ਉਸਦੇ ਪਿਤਾ ਇੱਕ ਬਿਮਾਰੀ ਤੋਂ ਪੀੜਤ ਸਨ ਤੇ ਸਮੇਂ ਸਿਰ ਇਲਾਜ ਨਾ ਮਿਲਣ ਤੇ ਉਹ ਇਸ ਦੁਨੀਆ ਤੋਂ ਚਲੇ ਗਏ। ਸ਼ਾਇਦ ਇਸੇ ਲਈ ਉਸਨੂੰ ਮਰੀਜ਼ਾਂ ਦੀਆਂ ਭਾਵਨਾਵਾਂ ਦੀ ਕਦਰ ਸੀ। ਮੈਂ ਉਸਨੂੰ ਕਦੇ ਛੁੱਟੀ ਲੈਂਦੇ ਨਹੀਂ ਦੇਖਿਆ ਸੀ। ਇੱਕ ਰਾਤ ਉਸਨੂੰ ਤੇਜ਼ ਬੁਖਾਰ ਸੀ, ਪਰ ਜਿਵੇਂ ਹੀ ਹਸਪਤਾਲ ਤੋਂ ਫੋਨ ਆਇਆ ਤਾਂ ਉਹ ਤੁਰੰਤ ਬੈੱਡ ਤੋਂ ਉੱਠ ਕੇ ਹਸਪਤਾਲ ਜਾਣ ਲਈ ਤਿਆਰ ਹੋਣ ਲੱਗੀ। ਉਸ ਰਾਤ ਮੈਂ ਉਸਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸਨੇ ਮੇਰੀ ਇੱਕ ਨਾ ਸੁਣੀ ਤੇ ਮਜਬੂਰ ਹੋ ਕੇ ਮੈਂ ਖੁਦ ਉਸਨੂੰ ਹਸਪਤਾਲ ਦੇ ਦਰਵਾਜ਼ੇ ਤੱਕ ਛੱਡ ਕੇ ਆਇਆ। ਜਦੋਂ ਕਿ ਉਹ ਆਪਣੇ ਤੇਜ਼ ਬੁਖਾਰ ਕਾਰਨ ਵੀ ਹਸਪਤਾਲ ਤੋਂ ਗੈਰ ਹਾਜ਼ਰ ਨਹੀਂ ਹੁੰਦੀ ਤਾਂ ਹੁਣ ਮੇਰੀ ਭੈਣ ਦੇ ਵਿਆਹ ਲਈ ਛੁੱਟੀ ਕਿਵੇਂ ਲੈ ਸਕਦੀ ਸੀ। ਮੈਂ ਦੋਵਾਂ ਦੇ ਵਿੱਚ ਫਸ ਗਿਆ ਸੀ। ਜੇ ਮੈਂ ਆਪਣੀ ਮਾਂ ਦੀ ਸੁਣਾ ਤਾਂ ਉਹ ਵੀ ਆਪਣੀ ਥਾਂ ਸਹੀ ਸੀ ਤੇ ਜੇ ਮੈਂ ਆਪਣੀ ਪਤਨੀ ਦੀ ਸੁਣਾ ਤਾਂ ਮੈਨੂੰ ਉਸ ਦੀ ਗੱਲ ਵੀ ਗਲਤ ਨਹੀਂ ਲੱਗਦੀ ਸੀ। ਕੁਝ ਦੇਰ ਬਾਅਦ ਮਾਲਿਨੀ ਤਰੋ-ਤਾਜ਼ਾ ਹੋ ਕੇ ਮੇਰੇ ਕੋਲ ਆ ਕੇ ਬੈਠ ਗਈ। ਉਸ ਦਾ ਸਿਰ ਝੁਕਿਆ ਹੋਇਆ ਸੀ ਤੇ ਉਹ ਮੈਨੂੰ ਕਹਿਣ ਲੱਗੀ, ਦੇਖੋ ਸਾਹਿਲ, ਮੈਨੂੰ ਪਤਾ ਹੈ ਕਿ ਤੁਹਾਡੀ ਇਕਲੌਤੀ ਭੈਣ ਦਾ ਵਿਆਹ ਹੋ ਰਿਹਾ ਹੈ, ਪਰ ਇੱਕ ਗੱਲ ਤੁਹਾਨੂੰ ਮੇਰੀ ਵੀ ਸਮਝਣੀ ਹੋਵੇਗੀ ਕਿ ਮੇਰਾ ਕੰਮ ਬਹੁਤ ਜ਼ਰੂਰੀ ਹੈ। ਮੇਰੇ ਲਈ ਇੱਕ ਦਿਨ ਦੀ ਵੀ ਛੁੱਟੀ ਸੰਭਵ ਨਹੀਂ ਹੈ। ਮੇਰਾ ਹਸਪਤਾਲ ਬਹੁਤ ਵੱਡਾ ਨਹੀਂ ਹੈ, ਉੱਥੇ ਕੁਝ ਕੁ ਡਾਕਟਰ ਹੀ ਹਨ। ਕਿਸੇ ਇੱਕ ਦੀ ਵੀ ਗੈਰ ਹਾਜ਼ਰੀ ਮਰੀਜ਼ ਲਈ ਮੁਸ਼ਕਲ ਹੋ ਜਾਂਦੀ ਹੈ। ਹਸਪਤਾਲ ਵਾਲੇ ਮੈਨੂੰ ਇੰਨਾ ਵਧੀਆ ਪੈਕੇਜ ਇਸ ਲਈ ਤਾਂ ਦੇ ਰਹੇ ਹਨ ਕਿਉਂਕਿ ਮੇਰਾ ਕੰਮ ਬਹੁਤ ਚੰਗਾ ਹੈ। ਮੈਂ ਪੂਰੀ ਮਿਹਨਤ ਤੇ ਲਗਨ ਨਾਲ ਆਪਣਾ ਕੰਮ ਕਰ ਰਹੀ ਹਾਂ। ਮੈਂ ਉਸ ਵੱਲ ਇੱਕ ਨਜ਼ਰ ਮਾਰੀ। ਉਹ ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣੀ ਤੇ ਚੁਸਤ ਨਜ਼ਰ ਆ ਰਹੀ ਸੀ। ਜਦੋਂ ਤੋਂ ਉਹ ਡਾਕਟਰ ਬਣੀ ਸੀ ਉਸ ਦਾ ਫੈਸ਼ਨ ਤੇ ਸਟਾਈਲ ਵੀ ਬਦਲ ਗਿਆ ਸੀ। ਮੈਂ ਉਸ ਦੀ ਖੂਬਸੂਰਤੀ ਤੋਂ ਪਹਿਲਾਂ ਹੀ ਜਾਣੂ ਸੀ। ਮੈਂ ਮਾਲਿਨੀ ਦਾ ਹੱਥ ਫੜ ਕੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਆਪਣਾ ਕੰਮ ਆਰਾਮ ਨਾਲ ਕਰ ਸਕਦੀ ਹੈ ਤੇ ਮਾਂ ਤੇ ਪਰਿਵਾਰ ਵਾਲਿਆਂ ਨੂੰ ਮੈਂ ਆਪੇ ਸੰਭਾਲ ਲਵਾਂਗਾ। ਮੇਰੀ ਇਸ ਗੱਲ ਤੇ ਮਾਲਿਨੀ ਨੇ ਮੁਸਕਰਾ ਕੇ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਲਿਆ ਤੇ ਕਿਹਾ, ਮੈਂ ਇੱਕ ਦਿਨ ਅਜਿਹੀ ਥਾਂ ਤੇ ਪਹੁੰਚ ਜਾਵਾਂਗੀ ਕਿ ਦੁਨੀਆ ਮੈਨੂੰ ਤਰਸਦੀਆਂ ਨਜ਼ਰਾਂ ਨਾਲ ਵੇਖੇਗੀ।
ਮੈਂ ਇੰਨਾ ਪੈਸਾ ਕਮਾ ਲਵਾਂਗੀ ਕਿ ਮੈਨੂੰ ਕਿਸੇ ਵੀ ਚੀਜ਼ ਲਈ ਤਰਸਣਾ ਨਹੀਂ ਪਵੇਗਾ। ਮੈਂ ਉਚਾਈ ਦੇ ਉਸ ਛੋਰ ਤੇ ਪਹੁੰਚ ਜਾਵਾਂਗੀ ਜਿੱਥੇ ਮੇਰੇ ਅੱਗੇ ਹਰ ਕੋਈ ਛੋਟਾ ਲੱਗੇ। ਮੈਨੂੰ ਮਾਲਿਨੀ ਦੀਆਂ ਗੱਲਾਂ ਬਹੁਤ ਅਜੀਬ ਲੱਗੀਆਂ। ਜਦੋਂ ਉਹ ਮਰੀਜ਼ਾਂ ਲਈ ਕੰਮ ਕਰਦੀ ਸੀ ਤਾਂ ਇੰਨੇ ਪੈਸੇ ਕਮਾਉਣ ਦੀ ਇੱਛਾ ਕਿਉਂ ਰੱਖ ਰਹੀ ਸੀ? ਮੈਂ ਮਾਲਿਨੀ ਨੂੰ ਕਿਹਾ ਕਿ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਤੁਸੀਂ ਗਰੀਬਾਂ ਦੀ ਮਦਦ ਕਰੋ। ਮੈਂ ਹੌਲੀ-ਹੌਲੀ ਤੁਹਾਡੀ ਹਰ ਗੱਲ ਪੂਰੀ ਕਰਾਂਗਾ। ਮੇਰੀਆਂ ਗੱਲਾਂ ਸੁਣ ਕੇ ਉਹ ਹੱਸ ਪਈ ਤੇ ਕਹਿਣ ਲੱਗੀ ਕਿ ਮੈਂ ਆਪਣੇ ਦਮ ਤੇ ਕਮਾਈ ਕਰਨੀ ਹੈ। ਮੈਂ ਮਰੀਜ਼ਾਂ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰਦੀ ਹਾਂ ਤੇ ਪੈਸੇ ਤਾਂ ਮੈਨੂੰ ਹਸਪਤਾਲ ਤੋਂ ਮਿਲਦੇ ਹਨ। ਠੀਕ ਹੈ ਬਾਬਾ, ਤੁਸੀਂ ਜੋ ਮਰਜ਼ੀ ਕਰੋ, ਪਰ ਮੀਰਾ ਦੇ ਵਿਆਹ ਵਾਲੇ ਦਿਨ ਜ਼ਰੂਰ ਸ਼ਾਮਲ ਹੋਣਾ। ਬਾਕੀ ਦੇ ਦਿਨ ਮੈਂ ਮਾਂ ਨੂੰ ਆਪੇ ਸਮਝਾ ਲਵਾਂਗਾ। ਮਾਲਿਨੀ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਮੈਂ ਮੀਰਾ ਦੇ ਵਿਆਹ ਵਾਲੇ ਦਿਨ ਉਹ ਜ਼ਰੂਰ ਛੁੱਟੀ ਲੈ ਲਵੇਗੀ। ਮੈਂ ਉਸ ਦੀਆਂ ਗੱਲਾਂ ਤੋਂ ਖੁਸ਼ ਹੋ ਗਿਆ, ਪਰ ਮੀਰਾ ਦੇ ਵਿਆਹ ਵਾਲੇ ਦਿਨ ਸਭ ਕੁਝ ਬਦਲ ਗਿਆ। ਮੇਰੀ ਮਾਂ ਦਾ ਮੂਡ ਬਹੁਤ ਖਰਾਬ ਸੀ। ਵਿਆਹ ਤੋਂ ਪਹਿਲਾਂ ਵੀ ਉਹ ਮੈਨੂੰ ਬਹੁਤ ਗੱਲਾਂ ਸੁਣਾ ਰਹੀ ਸੀ। ਮੈਂ ਤਾਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਹੁਣ ਮਾਲਿਨੀ ਦਾ ਰਵੱਈਆ ਬਲਦੀ ਅੱਗ ਤੇ ਤੇਲ ਪਾਉਣ ਵਾਲਾ ਕੰਮ ਕਰ ਰਿਹਾ ਸੀ। ਮੇਰੀ ਮਾਂ ਮੈਨੂੰ ਹਰ ਵਾਰ ਕਹਿੰਦੀ ਕਿ ਜੇ ਮੈਂ ਕਿਸੇ ਘਰ ਦੀ ਕੁੜੀ ਨਾਲ ਵਿਆਹ ਕਰ ਲੈਂਦਾ ਤਾਂ ਤੈਨੂੰ ਕੁਝ ਸਮਾਂ ਤਾਂ ਜ਼ਰੂਰ ਦਿੰਦੀ। ਇਹ ਉਸਦਾ ਕਿਹੋ ਜਿਹਾ ਕੰਮ ਹੈ ਜੋ ਜ਼ਰੂਰੀ ਕੰਮ ਲਈ ਵੀ ਛੁੱਟੀ ਨਹੀਂ ਲੈਂਦੀ ਤੇ ਸਾਰੀ ਰਾਤ ਹਸਪਤਾਲ ਵਿੱਚ ਹੀ ਗੁਜ਼ਾਰਦੀ ਹੈ। ਹੁਣ ਤੱਕ ਤੁਹਾਡੇ ਘਰ ਕੋਈ ਬੱਚਾ ਵੀ ਨਹੀਂ ਹੋਇਆ। ਮੈਂ ਚੁੱਪਚਾਪ ਮਾਂ ਦੀਆਂ ਗੱਲਾਂ ਸੁਣ ਰਿਹਾ ਸੀ। ਹੌਲੀ-ਹੌਲੀ ਵਿਆਹ ਦਾ ਦਿਨ ਆ ਗਿਆ। ਮਾਲਿਨੀ ਸ਼ਾਮ ਤੋਂ ਹੀ ਘਰ ਵਿੱਚ ਸੀ ਤੇ ਬਰਾਤ ਦੇ ਆਉਣ ਦੀ ਤਿਆਰੀ ਕਰ ਰਹੀ ਸੀ। ਉਸ ਨੂੰ ਦੇਖ ਕੇ ਮੈਨੂੰ ਰਾਹਤ ਮਿਲੀ। ਉਹ ਮੇਰੇ ਤੋਂ ਪਹਿਲਾਂ ਤਿਆਰ ਹੋ ਗਈ। ਮੈਂ ਉਸ ਨੂੰ ਸਜਿਆ ਹੋਇਆ ਦੇਖ ਕੇ ਹੈਰਾਨ ਰਹਿ ਗਿਆ। ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ। ਅਸੀਂ ਦੋਵੇਂ ਤਿਆਰ ਹੋ ਕੇ ਮੈਰਿਜ ਹਾਲ ਲਈ ਰਵਾਨਾ ਹੋਣ ਹੀ ਵਾਲੇ ਸੀ ਕਿ ਮਾਲਿਨੀ ਦਾ ਫੋਨ ਜ਼ੋਰ-ਜ਼ੋਰ ਨਾਲ ਵੱਜਣ ਲੱਗਾ। ਮੈਂ ਕਾਰ ਦੀ ਡਰਾਈਵਿੰਗ ਸੀਟ ਤੇ ਬੈਠ ਗਿਆ ਤੇ ਮਾਲਿਨੀ ਨੇ ਦੂਜੇ ਪਾਸੇ ਬੈਠਦੇ ਹੋਏ ਫੋਨ ਚੁੱਕਿਆ ਤਾਂ ਹਸਪਤਾਲ ਤੋਂ ਐਮਰਜੈਂਸੀ ਕਾਲ ਆਈ ਸੀ। ਮਾਲਿਨੀ ਕੁਝ ਦੇਰ ਤਾਂ ਨਾ ਆਉਣ ਦੀ ਗੱਲ ਕਰ ਰਹੀ ਸੀ, ਪਰ ਪਤਾ ਨਹੀਂ ਅੱਗੇ ਤੋਂ ਅਜਿਹਾ ਕੀ ਕਿਹਾ ਗਿਆ ਕਿ ਉਸਨੇ ਕਿਹਾ ਠੀਕ ਹੈ ਤੇ ਉਸਨੇ ਫੋਨ ਕੱਟ ਕਰ ਦਿੱਤਾ। ਮੈਂ ਸਵਾਲੀਆ ਨਜ਼ਰਾਂ ਨਾਲ ਉਸਦੇ ਵੱਲ ਦੇਖਿਆ ਤਾਂ ਕਹਿਣ ਲੱਗੀ ਮਜਬੂਰੀ ਹੈ, ਕੁਝ ਸਮੇਂ ਲਈ ਉਸ ਨੂੰ ਹਸਪਤਾਲ ਜਾਣਾ ਪਵੇਗਾ। ਉਸ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ ਕਿ ਹਸਪਤਾਲ ਦੇ ਸਾਰੇ ਡਾਕਟਰ ਮਰ ਗਏ ਹਨ ਜੋ ਹਰ ਐਮਰਜੈਂਸੀ ਵਿੱਚ ਤੈਨੂੰ ਜਾਣਾ ਪੈਂਦਾ ਹੈ। ਤੁਸੀਂ ਸਾਫ਼-ਸਾਫ਼ ਕਿਉਂ ਨਹੀਂ ਕਿਹਾ ਕਿ ਤੁਹਾਡੇ ਘਰ ਵਿਆਹ ਹੈ? ਉਹ ਆਪ ਨਹੀਂ ਆ ਸਕਦੇ ਸੀ। ਇਹ ਸੁਣ ਕੇ ਮਾਲਿਨੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸਨੇ ਕਿਹਾ ਤੁਸੀਂ ਸੁਣਿਆ ਨਹੀਂ ਹੈਗਾ, ਮੈਂ ਤੁਹਾਡੇ ਸਾਹਮਣੇ ਕਈ ਵਾਰ ਇਨਕਾਰ ਕੀਤਾ ਸੀ, ਪਰ ਮੈਂ ਕੀ ਕਰਾਂ? ਉਹ ਮੇਰਾ ਮਰੀਜ਼ ਹੈ ਤੇ ਮੈਂ ਉਸ ਬਾਰੇ ਜਾਣਦੀ ਹਾਂ, ਇਸ ਲਈ ਮੇਰਾ ਜਾਣਾ ਬਹੁਤ ਜ਼ਰੂਰੀ ਹੈ। ਮੈਂ ਕੁਝ ਹੀ ਸਮੇਂ ਬਾਅਦ ਆ ਜਾਵਾਂਗੀ। ਉਦੋਂ ਤੱਕ ਤੁਸੀਂ ਆਪਣੇ ਘਰ ਵਾਲਿਆਂ ਨੂੰ ਕੋਈ ਵੀ ਬਹਾਨਾ ਬਣਾ ਦੇਣਾ। ਨਾ ਚਾਹੁੰਦੇ ਹੋਏ ਵੀ ਮੈਂ ਮਾਲਿਨੀ ਦੇ ਕਹਿਣ ਤੇ ਉਸਨੂੰ ਹਸਪਤਾਲ ਦੇ ਸਾਹਮਣੇ ਛੱਡ ਦਿੱਤਾ ਤੇ ਉਸਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਆਪਣਾ ਕੰਮ ਖਤਮ ਕਰਕੇ ਵਿਆਹ ਤੇ ਆਵੇਗੀ। ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਅੱਜ ਵਿਆਹ ਦੇ ਦਿਨ ਉਸਦਾ ਉੱਥੇ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਮਾਂ ਮੈਨੂੰ ਬਹੁਤ ਡਾਂਟ ਦੇਵੇਗੀ ਤੇ ਮੈਨੂੰ ਕਦੇ ਮਾਫ਼ ਨਹੀਂ ਕਰੇਗੀ। ਮਾਲਿਨੀ ਨੂੰ ਹਸਪਤਾਲ ਛੱਡ ਕੇ ਮੈਂ ਮੈਰਿਜ ਹਾਲ ਵਿੱਚ ਪਹੁੰਚ ਗਿਆ। ਲਗਭਗ ਸਾਰੇ ਮਹਿਮਾਨ ਆ ਚੁੱਕੇ ਸਨ। ਥੋੜੀ ਹੀ ਦੇਰ ਬਾਅਦ ਬਰਾਤ ਵੀ ਆ ਗਈ। ਮਾਂ ਤੇ ਵੱਡੀ ਭਰਜਾਈ ਮੈਨੂੰ ਕਈ ਵਾਰ ਮਾਲਿਨੀ ਬਾਰੇ ਪੁੱਛ ਚੁੱਕੀਆਂ ਸੀ। ਮੈਂ ਉਹਨਾਂ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਕਿ ਪਾਰਲਰ ਵਿੱਚ ਉਸ ਨੂੰ ਟਾਈਮ ਲੱਗੇਗਾ। ਜਿਵੇਂ ਹੀ ਉਹ ਤਿਆਰ ਹੋਵੇਗੀ ਤਾਂ ਮੈਨੂੰ ਫੋਨ ਕਰੇਗੀ, ਮੈਂ ਜਾ ਕੇ ਉਸ ਨੂੰ ਲੈ ਆਵਾਂਗਾ। ਉਹ ਵਿਅਸਤ ਹੋ ਗਈਆਂ ਤਾਂ ਮੇਰੀ ਜਾਨ ਵਿੱਚ ਜਾਨ ਆਈ, ਨਹੀਂ ਤਾਂ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਥੱਕ ਗਿਆ ਸੀ। ਬਰਾਤ ਆਉਣ ਕਰਕੇ ਘਰ ਦੇ ਸਾਰੇ ਲੋਕ ਬਰਾਤ ਦੇ ਸਵਾਗਤ ਲਈ ਮੌਜੂਦ ਸਨ। ਜੇ ਕੋਈ ਨਹੀਂ ਸੀ ਤੇ ਉਹ ਮਾਲਿਨੀ ਸੀ। ਮੇਰੀ ਮਾਂ ਨੇ ਮੇਰੇ ਵੱਲ ਗੁੱਸੇ ਹੁੰਦਿਆਂ ਦੇਖਿਆ। ਮੈਨੂੰ ਲੱਗਾ ਜਿਵੇਂ ਮੈਂ ਸ਼ਰਮ ਨਾਲ ਜ਼ਮੀਨ ਵਿੱਚ ਧੱਸ ਜਾਵਾਂਗਾ। ਮੇਰੀ ਮਾਂ ਨੂੰ ਪਤਾ ਸੀ ਕਿ ਮੈਂ ਉਸ ਨੂੰ ਝੂਠ ਬੋਲਿਆ ਸੀ ਤੇ ਇਹ ਗੱਲ ਮੇਰੇ ਲਈ ਸਿਰ ਝੁਕਾਉਣ ਲਈ ਕਾਫੀ ਸੀ। ਮੈਂ ਮਾਲਿਨੀ ਨੂੰ ਕਈ ਵਾਰ ਫੋਨ ਕੀਤਾ, ਪਰ ਪਤਾ ਨਹੀਂ ਉਹ ਕਿੱਥੇ ਰੁੱਝੀ ਹੋਈ ਸੀ। ਉਸਨੇ ਮੇਰਾ ਫੋਨ ਨਹੀਂ ਚੁੱਕਿਆ। ਸਾਰੀਆਂ ਰਸਮਾਂ ਨਾਲ ਵਿਆਹ ਵੀ ਹੋ ਗਿਆ ਤੇ ਸਾਰੇ ਮਹਿਮਾਨ ਖਾਣਾ ਵੀ ਖਾ ਚੁੱਕੇ ਸਨ। ਮੀਰਾ ਦੇ ਸਹੁਰਿਆਂ ਨੇ ਮੈਨੂੰ ਕਈ ਵਾਰ ਮਾਲਿਨੀ ਬਾਰੇ ਪੁੱਛਿਆ,
ਪਰ ਮੈਂ ਉਹਨਾਂ ਨੂੰ ਕੀ ਜਵਾਬ ਦਿੰਦਾ। ਸਾਰੇ ਰਿਸ਼ਤੇਦਾਰਾਂ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਯਕੀਨ ਹੋ ਗਿਆ ਸੀ ਕਿ ਮੇਰੀ ਮਾਂ ਨਾਲ ਉਸਦੀ ਬਣਦੀ ਨਹੀਂ ਹੈ, ਇਸੇ ਲਈ ਉਹ ਵਿਆਹ ਵਿੱਚ ਸ਼ਾਮਲ ਨਹੀਂ ਹੋਈ। ਮੀਰਾ ਦੀ ਵਿਦਾਈ ਵੇਲੇ ਉਸਦੀ ਸੱਸ ਕਹਿਣ ਲੱਗੀ ਕਿ ਤੁਹਾਡੀ ਛੋਟੀ ਨੂੰਹ ਡਾਕਟਰ ਹੈ ਤਾਂ ਚੰਗੀ ਗੱਲ ਹੈ, ਪਰ ਉਹ ਆਪਣੀ ਨਨਾਣ ਦੇ ਵਿਆਹ ਵਿੱਚ ਸ਼ਾਮਲ ਤਾਂ ਹੋ ਸਕਦੀ ਸੀ। ਮੀਰਾ ਦੀ ਸੱਸ ਦੀਆਂ ਗੱਲਾਂ ਸੁਣ ਕੇ ਮੇਰੀ ਮਾਂ ਨੇ ਸਿਰ ਝੁਕਾ ਲਿਆ। ਮੀਰਾ ਦੀ ਵਿਦਾਈ ਤੋਂ ਬਾਅਦ ਮਾਂ ਨੇ ਮੈਨੂੰ ਕਿਹਾ, ਤੁਹਾਡੀ ਪਤਨੀ ਕਾਰਨ ਅੱਜ ਮੈਨੂੰ ਲੋਕਾਂ ਦੇ ਸਾਹਮਣੇ ਬਹੁਤ ਸ਼ਰਮਿੰਦਗੀ ਮਹਿਸੂਸ ਕਰਨੀ ਪਈ ਹੈ। ਜਿੰਨੇ ਲੋਕ ਉਨੀਆਂ ਗੱਲਾਂ, ਹਰ ਕੋਈ ਇਹੀ ਸਵਾਲ ਪੁੱਛ ਰਿਹਾ ਸੀ ਕਿ ਉਹ ਕਿਹੜੀ ਡਾਕਟਰ ਹੈ ਜਿਸ ਨੂੰ ਇੱਕ ਦਿਨ ਦੀ ਵੀ ਛੁੱਟੀ ਨਹੀਂ ਮਿਲ ਸਕਦੀ। ਮੇਰੀ ਧੀ ਦਾ ਨਵਾਂ ਵਿਆਹ ਹੋਇਆ ਹੈ, ਉਸਦੇ ਸਹੁਰੇ ਉਸਨੂੰ ਇਸ ਗੱਲ ਦੇ ਕਈ ਸਵਾਲ ਪੁੱਛਣਗੇ। ਤੇਰੀ ਪਤਨੀ ਤਾਂ ਇੱਕ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੀ, ਉਹ ਸਾਡੇ ਮਰਨ ਤੋਂ ਬਾਅਦ ਵੀ ਨਹੀਂ ਆਵੇਗੀ। ਮਾਂ ਦਾ ਗੁੱਸਾ ਬਿਲਕੁਲ ਜਾਇਜ਼ ਸੀ ਤੇ ਸੱਚ ਤਾਂ ਇਹ ਸੀ ਕਿ ਅੱਜ ਮੈਨੂੰ ਵੀ ਮਾਲਿਨੀ ਤੇ ਬਹੁਤ ਗੁੱਸਾ ਆ ਰਿਹਾ ਸੀ। ਜੇ ਇੱਕ ਦਿਨ ਮਾਲਿਨੀ ਹਸਪਤਾਲ ਨਾ ਜਾਂਦੀ ਤਾਂ ਕੀ ਹੋਣਾ ਸੀ? ਉਸ ਦੀ ਥਾਂ ਕੋਈ ਹੋਰ ਡਾਕਟਰ ਮਰੀਜ਼ ਨੂੰ ਦੇਖ ਸਕਦਾ ਸੀ। ਮੇਰੀ ਮਾਂ ਦੀਆਂ ਗੱਲਾਂ ਤੇ ਲੋਕਾਂ ਦੇ ਸਵਾਲਾਂ ਨੇ ਮੇਰੇ ਅੰਦਰ ਅੱਗ ਲਾ ਰੱਖੀ ਸੀ। ਮਾਲਿਨੀ ਨੇ ਇੱਕ ਵਾਰ ਵੀ ਮੇਰਾ ਫੋਨ ਨਹੀਂ ਚੁੱਕਿਆ ਸੀ। ਮੈਂ ਵਿਆਹ ਵਾਲਾ ਹਾਲ ਛੱਡ ਕੇ ਸਿੱਧਾ ਹਸਪਤਾਲ ਚਲਾ ਗਿਆ। ਅੱਜ ਤੱਕ ਮੈਂ ਕਦੇ ਹਸਪਤਾਲ ਦੇ ਅੰਦਰ ਨਹੀਂ ਗਿਆ ਸੀ। ਮੈਂ ਅਕਸਰ ਮਾਲਿਨੀ ਨੂੰ ਹਸਪਤਾਲ ਦੇ ਬਾਹਰ ਛੱਡ ਕੇ ਆ ਜਾਂਦਾ ਸੀ, ਪਰ ਅੱਜ ਜਦੋਂ ਮੈਂ ਹਸਪਤਾਲ ਦੇ ਅੰਦਰ ਗਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਇੱਥੇ ਤਾਂ ਛੋਟੇ ਬੱਚੇ ਦਾਖਲ ਸਨ। ਇਹ ਬੱਚਿਆਂ ਦਾ ਹਸਪਤਾਲ ਜਾਪਦਾ ਸੀ। ਇਤਫਾਕ ਨਾਲ ਮੇਰੀ ਨਜ਼ਰ ਮਾਲਿਨੀ ਤੇ ਪਈ, ਜੋ ਮੇਰੇ ਤੋਂ ਕੁਝ ਦੂਰੀ ਤੇ ਖੜੀ ਸੀ ਤੇ ਇੱਕ ਕਮਰੇ ਦੇ ਅੰਦਰ ਚਲੀ ਗਈ। ਇਸ ਲਈ ਮੈਨੂੰ ਉਸ ਨੂੰ ਲੱਭਣ ਵਿੱਚ ਬਹੁਤ ਸਮਾਂ ਨਹੀਂ ਲੱਗਾ। ਮੈਂ ਅਜੇ ਵੀ ਬਹੁਤ ਗੁੱਸੇ ਵਿੱਚ ਸੀ, ਇਸ ਲਈ ਜਿਵੇਂ ਹੀ ਮੈਂ ਉਸ ਨੂੰ ਦੇਖਿਆ ਤਾਂ ਮੈਂ ਸਿੱਧਾ ਉਸ ਦੇ ਪਿੱਛੇ ਉਸ ਕਮਰੇ ਵਿੱਚ ਚਲਾ ਗਿਆ। ਪਰ ਕਮਰੇ ਦੇ ਅੰਦਰ ਦੇ ਦ੍ਰਿਸ਼ ਨੇ ਮੈਨੂੰ ਡਰਾ ਦਿੱਤਾ। ਕਮਰੇ ਵਿੱਚ ਮਾਲਿਨੀ ਇਕੱਲੀ ਨਹੀਂ ਸੀ, ਸਗੋਂ ਉਸ ਦੇ ਨਾਲ 4 ਬੰਦੇ ਹੋਰ ਵੀ ਸਨ ਤੇ ਉਹਨਾਂ ਵਿਚਕਾਰ ਜੋ ਕੁਝ ਵੀ ਚੱਲ ਰਿਹਾ ਸੀ ਉਸ ਨੂੰ ਦੇਖ ਕੇ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ। ਮੇਰੀ ਪਤਨੀ, ਜਿਸ ਨੂੰ ਮੈਂ ਲੋਕਾਂ ਦਾ ਮਸੀਹਾ ਸਮਝਦਾ ਸੀ, ਅਸਲ ਵਿੱਚ ਅੰਦਰੋਂ ਇੱਕ ਸ਼ੈਤਾਨ ਸੀ। ਮੈਂ ਹਸਪਤਾਲ ਤੋਂ ਬਾਹਰ ਆ ਕੇ ਫੁੱਟਪਾਥ ਤੇ ਬੈਠ ਗਿਆ। ਮੈਂ ਮਾਲਿਨੀ ਦੇ ਨਾਲ 3 ਸਾਲ ਤੋਂ ਸੀ, ਪਰ ਇਹਨਾਂ 3 ਸਾਲਾਂ ਵਿੱਚ ਮੈਂ ਉਸ ਦਾ ਅਸਲੀ ਰੂਪ ਨਹੀਂ ਦੇਖ ਸਕਿਆ। ਮੈਨੂੰ ਉਸ ਤੋਂ ਨਫ਼ਰਤ ਹੋਣ ਲੱਗੀ ਸੀ ਤੇ ਨਾਲ ਹੀ ਮੈਨੂੰ ਆਪਣੇ ਆਪ ਤੇ ਪਛਤਾਵਾ ਵੀ ਹੋ ਰਿਹਾ ਸੀ ਕਿ ਮੈਂ ਇੱਕ ਔਰਤ ਦਾ ਅਸਲੀ ਚਿਹਰਾ ਨਹੀਂ ਪਛਾਣ ਸਕਿਆ। ਮੈਂ ਮਾਲਿਨੀ ਨੂੰ ਬਹੁਤ ਪਿਆਰ ਕਰਦਾ ਸੀ। ਉਸ ਦੀ ਖਾਤਰ ਮੈਂ ਆਪਣੀ ਮਾਂ ਨੂੰ ਗੁੱਸੇ ਵੀ ਕੀਤਾ। ਅੱਜ ਵੀ ਮੈਂ ਆਪਣੀ ਛੋਟੀ ਭੈਣ ਦੇ ਵਿਆਹ ਤੇ ਸਾਰਾ ਦਿਨ ਝੂਠ ਬੋਲਦਾ ਰਿਹਾ ਸੀ ਤੇ ਸੱਚ ਸਾਹਮਣੇ ਆਉਣ ਤੋਂ ਬਾਅਦ ਵੀ ਮੈਂ ਮਾਲਿਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਬਹੁਤ ਮਜਬੂਰੀ ਵਿੱਚ ਹਸਪਤਾਲ ਗਈ ਸੀ। ਪਰ ਸੱਚਾਈ ਜਾਣ ਕੇ ਮੈਨੂੰ ਉਸ ਤੋਂ ਨਫ਼ਰਤ ਹੋ ਰਹੀ ਸੀ ਕਿ ਮੈਂ ਅਜਿਹੀ ਔਰਤ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਜੋ ਔਰਤ ਕਹਾਉਣ ਦੇ ਵੀ ਲਾਇਕ ਨਹੀਂ ਹੈ। ਮੈਂ ਜਾਣ ਗਿਆ ਸੀ ਕਿ ਰੱਬ ਨੇ ਸਾਨੂੰ ਔਲਾਦ ਕਿਉਂ ਨਹੀਂ ਦਿੱਤੀ। ਮਾਂ ਬਣਨਾ ਮਾਲਿਨੀ ਵਰਗੀਆਂ ਔਰਤਾਂ ਦੀ ਕਿਸਮਤ ਵਿੱਚ ਨਹੀਂ ਹੁੰਦਾ ਹੈ, ਜੋ ਦੂਜਿਆਂ ਦੇ ਬੱਚਿਆਂ ਨਾਲ ਖਿਲਵਾੜ ਕਰਦੇ ਹਨ। ਇਸੇ ਕਰਕੇ ਵਿਆਹ ਦੇ 3 ਸਾਲ ਬਾਅਦ ਵੀ ਅਸੀਂ ਦੋਵੇਂ ਬੇਔਲਾਦ ਸੀ। ਬਹੁਤ ਸੋਚਣ ਸਮਝਣ ਤੋਂ ਬਾਅਦ ਮੈਂ ਸਿੱਧਾ ਪੁਲਿਸ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਸਾਰੀ ਸੱਚਾਈ ਦੱਸੀ। ਪੁਲਿਸ ਵਾਲੇ ਤੁਰੰਤ ਮੌਕੇ ਤੇ ਪਹੁੰਚ ਗਏ ਤੇ ਉਹਨਾਂ 4 ਬੰਦਿਆਂ ਦੇ ਨਾਲ ਮਾਲਿਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਮੈਂ ਉਹਨਾਂ ਦੇ ਖਿਲਾਫ ਗਵਾਹੀ ਦੇਣ ਲਈ ਤਿਆਰ ਸੀ ਕਿਉਂਕਿ ਮੈਂ ਸਾਰੀ ਹਕੀਕਤ ਆਪਣੀਆਂ ਅੱਖਾਂ ਨਾਲ ਵੇਖ ਚੁੱਕਾ ਸੀ। ਉਹ 4 ਬੰਦੇ ਮੇਰੀ ਪਤਨੀ ਮਾਲਿਨੀ ਨਾਲ ਮਿਲ ਕੇ ਇੱਕ ਮਾਸੂਮ ਬੱਚੇ ਦੀ ਕਿਡਨੀ ਕੱਢਣ ਦੀ ਤਿਆਰੀ ਕਰ ਰਹੇ ਸਨ। ਉਹਨਾਂ ਦੇ ਵਿੱਚ ਹੋਣ ਵਾਲੀ ਗੱਲਬਾਤ ਤੋਂ ਮੈਨੂੰ ਪਤਾ ਲੱਗਾ ਕਿ ਉਹ ਬੱਚੇ ਦੇ ਮਾਤਾ-ਪਿਤਾ ਦੀ ਸਹਿਮਤੀ ਤੋਂ ਬਿਨਾਂ ਅਜਿਹਾ ਕੰਮ ਗੈਰ ਕਾਨੂੰਨੀ ਢੰਗ ਨਾਲ ਕਰ ਰਹੇ ਸਨ। ਉਹ ਹਸਪਤਾਲ ਵਿੱਚ ਘੱਟ ਖਰਚੇ ਵਿੱਚ ਇਲਾਜ ਕੀਤਾ ਜਾਂਦਾ ਸੀ। ਇਸੇ ਕਰਕੇ ਗਰੀਬ ਲੋਕ ਆਪਣੇ ਬੱਚਿਆਂ ਨੂੰ ਇਸ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਆਉਂਦੇ ਸਨ, ਜਿੱਥੇ ਹਸਪਤਾਲ ਦੇ ਲੋਕ ਮੇਰੀ ਪਤਨੀ ਨਾਲ ਮਿਲ ਕੇ ਇਹਨਾਂ ਮਾਸੂਮ ਬੱਚਿਆਂ ਦੀਆਂ ਕਿਡਨੀਆਂ ਕੱਢ ਕੇ ਵੇਚ ਰਹੇ ਸੀ। ਵਿਦੇਸ਼ਾਂ ਵਿੱਚ ਛੋਟੇ ਬੱਚਿਆਂ ਦੇ ਅੰਗਾਂ ਦੀ ਭਾਰੀ ਮੰਗ ਸੀ ਤੇ ਮੋਟੀ ਰਕਮ ਮਿਲਦੀ ਸੀ। ਮੇਰੀ ਪਤੀ ਮਾਲਿਨੀ ਗੁਰਦਿਆਂ ਦੇ ਰੋਗਾਂ ਦੀ ਡਾਕਟਰ ਸੀ, ਪਰ ਮੇਰੀ ਪਤਨੀ ਆਪਣੀ ਯੋਗਤਾ ਦੀ ਦੁਰਵਰਤੋਂ ਕਰ ਰਹੀ ਸੀ। ਜੇ ਉਹ ਚਾਹੁੰਦੀ ਤਾਂ ਆਪਣੀ ਪੜ੍ਹਾਈ ਦੀ ਸਹੀ ਵਰਤੋਂ ਕਰਕੇ ਕਈ ਮਾਸੂਮ ਲੋਕਾਂ ਦੀ ਜਾਨ ਬਚਾ ਸਕਦੀ ਸੀ,
ਪਰ ਮੇਰੀ ਪਤਨੀ ਨੇ ਪੈਸੇ ਕਮਾਉਣ ਲਈ ਗਲਤ ਰਾਹ ਅਪਣਾਇਆ। ਪੁਲਿਸ ਨੇ ਸਾਰੀ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਇਹ ਲੋਕ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਹਸਪਤਾਲ ਵਾਲੇ ਇਸ ਕਾਲੇ ਧੰਦੇ ਵਿੱਚ ਬਰਾਬਰ ਦੇ ਹਿੱਸੇਦਾਰ ਹਨ। ਇਹ ਸਾਰੇ ਪੜ੍ਹੇ ਲਿਖੇ ਲੋਕ ਹਨ ਜੋ ਪੜ੍ਹ ਕੇ ਡਾਕਟਰ ਤਾਂ ਬਣ ਗਏ, ਪਰ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਭੁੱਲ ਗਏ ਸੀ। ਮੈਂ ਮਾਲਿਨੀ ਦੀਆਂ ਅੱਖਾਂ ਵਿੱਚ ਦੇਖਿਆ ਤੇ ਉਸ ਨੂੰ ਪੁੱਛਿਆ ਕਿ ਸਾਡੀ ਜ਼ਿੰਦਗੀ ਵਿੱਚ ਕੀ ਕਮੀ ਰਹਿ ਗਈ ਸੀ ਜਿਸ ਕਾਰਨ ਤੂੰ ਇਹ ਗਲਤ ਕੰਮ ਕੀਤਾ। ਮੇਰੀਆਂ ਗੱਲਾਂ ਦਾ ਕੋਈ ਜਵਾਬ ਨਾ ਆਇਆ ਤੇ ਉਹ ਬਿਨਾਂ ਕੁਝ ਕਹਿ ਚਲੀ ਗਈ। ਪੈਸੇ ਦੀ ਭੁੱਖ ਨੇ ਉਸ ਨੂੰ ਗਲਤ ਰਾਹ ਅਪਣਾਉਣ ਲਈ ਮਜਬੂਰ ਕਰ ਦਿੱਤਾ। ਮੈਨੂੰ ਉਸ ਬਾਰੇ ਇਹ ਸੋਚ ਕੇ ਵੀ ਸ਼ਰਮ ਆਉਂਦੀ ਸੀ ਕਿ ਉਹ ਇੰਨੀ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਇੰਨੇ ਗਲਤ ਕੰਮ ਕਰ ਰਹੀ ਸੀ। ਕਈ ਵਾਰ ਇਨਸਾਨ ਪੈਸੇ ਦਾ ਲਾਲਚੀ ਹੋ ਕੇ ਆਪਣੀ ਤਬਾਹੀ ਦਾ ਕਾਰਨ ਆਪ ਬਣ ਜਾਂਦਾ ਹੈ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।